Friends, how are you? Welcome to your botany lecture. Beta, we have started cycles. In that we will study gametophyte. As we know that cycles ਜਿਹੜਾ ਆ ਉਹ heterosporous ਆ heterosporous ਦਾ ਮਤਲਬ ਕਿ two kinds of spores ਇਹਦੇ ਵਿੱਚ develop ਹੁੰਦੇ ਆ one is microspores and second ਜਿਹੜੇ ਆ ਉਹ megaspores ਹੁਣ ਮਾਈਕਰੋਸਪੋਰਸ ਜਿਹੜੇ ਆ ਇਹ ਜ਼ਿਆਦਾ ਨੰਬਰ 'ਚ ਪ੍ਰੋਡਿਊਸਡ ਹੁੰਦੇ ਆ ਇਨਸਾਈਡ ਦ ਮਾਈਕਰੋਸਪੋਰੈਂਜੀਆ ਤੇ ਮਾਈਕਰੋਸਪੋਰ ਇਜ਼ ਦ ਫਰਸਟ ਸੈਲ ਆਫ ਦ ਮੇਲ ਗੈਮੀਟੋਫਾਈਟ ਕਿ ਇਹ ਤੋਂ ਮੇਲ ਗੈਮੀਟੋਫਾਈਟ ਬਣਦਾ ਆ same way megaspore is the ਕਹਿ ਲਓ female reproductive part ਆ it is produced single produced ਹੁੰਦਾ ਆ inside the ovule ਉਹਨੂੰ megasporangium ਵੀ ਕਹਿੰਦੇ ਆ ਤੇ it is the megaspore is the first cell of the female gametophyte ਇਹ ਤੋਂ female gametophyte ਜਾਂ endosperm ਬਣਦਾ ਆ inside the ovule ਹੁਣ first we will study female gametophyte development ਤਾਂ ਇਹਦੇ ਵਿੱਚ ਆਪਾਂ ਪਿੱਛੇ ਪੜ੍ਹਿਆ ਸੀਗਾ ਕਿ ਆਹ ਓਵਿਊਲ ਆ ਇਹਦੇ ਅੰਦਰ ਆਹ 4 ਸੈਲਸ ਡਿਵੈਲਪ ਹੁੰਦੇ ਆ 3D ਜਨਰੇਟ ਹੋ ਜਾਂਦੇ ਆ 1 ਸਿੰਗਲ ਜਿਹੜਾ ਆ ਫੰਕਸ਼ਨਲ ਮੈਗਾਸਪੋਰ ਬਣਦਾ ਆ ਤਾਂ ਹੁਣ ਜਿਹੜਾ ਫੰਕਸ਼ਨਲ ਮੈਗਾਸਪੋਰ ਆ ਉਹ ਫਸਟ ਸੈਲ ਆਫ ਫੀਮੇਲ ਗੈਮੀਟੋਫਾਈਟ ਆ ਔਰ ਇਹ ਹੱਲੇ ਓਵਿਊਲ ਦੇ ਅੰਦਰ ਹੀ ਪ੍ਰੈਜ਼ੈਂਟ ਹੁੰਦਾ ਹੈ ਅਤੇ ਉੱਥੇ ਹੀ ਇਹਦਾ ਜਰਮੀਨੇਸ਼ਨ ਜਿਹੜਾ ਆ ਉਹ ਸਟਾਰਟ ਹੁੰਦਾ ਆ ਮੀਨਸ ਇਨ ਸੀਟੂ ਜਰਮੀਨੇਸ਼ਨ ਹੁੰਦਾ ਆ ਅਤੇ ਜਿਹੜਾ ਨਿਊਸੈਲਸ ਦੇ ਅੰਦਰ ਇਹ ਧੱਸਿਆ ਹੁੰਦਾ ਆ ਜਦੋਂ ਡਿਵੈਲਪ ਹੁੰਦਾ ਆ ਪ੍ਰਾਇਰ ਟੂ ਜਰਮੀਨੇਸ਼ਨ ਮਤਲਬ ਜਰਮੀਨੇਸ਼ਨ ਤੋਂ ਪਹਿਲਾਂ ਇਹਦਾ ਸਾਈਜ਼ ਜਿਹੜਾ ਆ ਉਹ ਇਨਕਰੀਜ਼ ਹੁੰਦਾ ਆ ਫੰਕਸ਼ਨਲ ਮੈਗਾਸਪੋਰ ਦਾ ਉਹ ਸਾਈਜ਼ 'ਚ ਇਨਕਰੀਜ਼ ਹੁੰਦਾ ਆ ਆਲੇ ਦੁਆਲੇ ਦੇ ਜਿਹੜੇ ਕੁਝ ਸੈਲਸ ਆ ਉਹਨਾਂ ਨੂੰ ਇਹ ਖਾ ਲੈਂਦਾ ਆ ਯੂਜ਼ ਕਰਦਾ ਐਸਾ ਨਿਊਟ੍ਰੀਸ਼ਨ ਅਤੇ ਸਾਈਜ਼ ਇਹਦਾ ਇਨਕਰੀਜ਼ ਹੋ ਜਾਂਦਾ ਆ ਹੁਣ ਮੈਗਾਸਪੋਰ ਦੇ ਅੰਦਰ ਜਿਹੜਾ ਨਿਊਕਲੀਅਸ ਹੁੰਦਾ ਆ ਇਸ ਨਿਊਕਲੀਅਸ ਦੀ ਫ੍ਰੀ ਨਿਊਕਲੀਅਰ ਡਿਵੀਜ਼ਨ ਹੁੰਦੀ ਆ ਮਾਈਟੋਟਿਕ ਡਿਵੀਜ਼ਨ ਅਤੇ ਇਹਦੇ ਵਿੱਚ ਅਪਰੋਕਸੀਮੇਟਲੀ ਕਹਿ ਲਓ ਕਿ 1000 ਜਾਂ ਮੋਰ ਉਹ ਤੋਂ ਵੀ ਜ਼ਿਆਦਾ ਫ੍ਰੀ ਨਿਊਕਲੀਆਈ ਫਾਰਮ ਹੁੰਦੇ ਆ ਔਰ ਇਹ ਸਸਪੈਂਡਡ ਹੁੰਦੇ ਆ ਜਾਂ ਫਲੋਟ ਕਰਦੇ ਰਹਿੰਦੇ ਆ ਸਾਈਟੋਪਲਾਜ਼ਮ ਦੇ ਵਿੱਚ ਜਿਹੜਾ ਅੰਦਰ ਭਰਿਆ ਹੁੰਦਾ ਆ ਹੁਣ ਹੌਲੀ ਹੌਲੀ ਕੀ ਹੋਣਾ ਆ ਜਿਵੇਂ ਆਹ ਫੰਕਸ਼ਨਲ ਮੈਗਾਸਪੋਰ ਇਹਦੇ ਅੰਦਰ ਫ੍ਰੀ ਨਿਊਕਲੀਅਰ ਸਾਰੇ ਫ੍ਰੀ ਨਿਊਕਲੀਅਰ ਡਿਵੀਜ਼ਨ ਨਿਊਕਲੀਅਸ ਜਾਂ ਨਿਊਕਲੀਆਈ ਡਿਵੈਲਪ ਹੋਏ ਆ ਪਹਿਲਾਂ ਇਹ ਇੱਦਾਂ ਸੈਂਟਰ ਦੇ ਵਿੱਚ ਖਿਲਰੇ ਹੁੰਦੇ ਆ ਸਾਈਟੋਪਲਾਜ਼ਮ ਦੇ ਵਿੱਚ ਕਿਤੇ ਵੀ ਹੌਲੀ ਹੌਲੀ ਕੀ ਹੋਣਾ ਆ ਸੈਂਟਰ ਦੇ ਵਿੱਚ ਇੱਕ ਵੈਕਿਊਲ ਡਿਵੈਲਪ ਹੋ ਜਾਣਾ ਆ ਇਸ ਵੈਕਿਊਲ ਨੇ ਜਿੰਨੇ ਵੀ ਨਿਊਕਲੀਆਈ ਆ ਉਹ ਸਾਰੇ ਪੁਸ਼ ਕਰ ਦੇਣੇ ਆ ਜਾਂ ਭੇਜ ਦੇਣੇ ਆ ਟੂਵਰਡਸ ਦਾ ਪੈਰੀਫਰੀ ਅਗਲੇ ਡਾਇਗਰਾਮਸ 'ਚ ਤੁਹਾਨੂੰ ਦਿਖਣਗੇ ਕਲੀਅਰ ਕੱਟ ਆਹ ਦੇਖੋ ਆਹ ਸੀਗਾ ਮੈਗਾਸਪੋਰ ਫਿਰ ਆਹ ਮੈਗਾਸਪੋਰ ਫੰਕਸ਼ਨਲ ਨਿਊਕਲੀਅਰ ਮਾਈਟੋਟਿਕ ਡਿਵੀਜ਼ਨ ਹੋਈ ਬਹੁਤ ਸਾਰੇ ਨਿਊਕਲੀਆਈ ਬਣੇ ਸੈਂਟਰ ਦੇ ਵਿੱਚ ਵੈਕਿਊਲ ਡਿਵੈਲਪ ਹੋ ਗਿਆ ਤਾਂ ਸਾਰੇ ਨਿਊਕਲੀਆਈ ਜਿਹੜੇ ਆ ਖਿਸਕ ਗਏ ਟੂਵਰਡਸ ਦਾ ਪੈਰੀਫਰੀ ਹੁਣ ਕੀ ਹੋਣਾ ਆ ਜਿਹੜਾ ਵੈਕਿਊਲ ਆ ਇਹ ਇਹਦੇ ਵਿੱਚ ਭਰਿਆ ਹੁੰਦਾ ਆ ਇੱਕ ਫਲੂਇਡ ਕੋਕੋਨਟ ਫਲੂਇਡ ਜਾਂ ਕੋਕੋਨਟ ਮਿਲਕ ਇਹਨੂੰ ਕਹਿੰਦੇ ਆ ਅਤੇ ਇਹ ਇੰਪੋਰਟੈਂਟ ਹੈ ਇੱਥੇ ਤੁਸੀਂ ਯਾਦ ਰੱਖਣਾ ਹੈ ਹੁਣ ਫ੍ਰੀ ਨਿਊਕਲੀਆਈ ਜਿਹੜੇ ਆ ਉਹ ਪੈਰੀਫਰਲ ਰੀਜਨ 'ਚ ਤਾਂ ਅਰੇਂਜ ਹੋ ਜਾਂਦੇ ਆ ਔਰ ਵੈਕਿਊਲ ਡਿਵੈਲਪ ਹੁੰਦਾ ਹੁਣ ਨਾਲ ਹੀ ਨਾਲ ਕੀ ਹੋਣਾ ਆ ਇੱਕ ਟੈਪੇਟਮ ਵਰਗੀ ਲੇਅਰ ਡਿਵੈਲਪ ਹੋ ਜਾਂਦੀ ਆ ਅਰਾਊਂਡ ਦਾ ਆਹ ਕਹਿ ਲਓ ਜਿਹੜੇ ਫੀਮੇਲ ਗੈਮੀਟੋਫਾਈਟ ਡਿਵੈਲਪ ਹੋ ਰਿਹਾ ਉਹਦੇ ਆਲੇ ਦੁਆਲੇ ਟੂ ਫਾਰਮ ਸੈਲਸ ਆਫ ਨਿਊਸੈਲਸ ਇਟ ਇਜ਼ ਕਾਲਡ ਐਂਡੋਸਪਰਮ ਜੈਕਟ ਜਾਂ ਫਿਰ ਸਪੰਜੀ ਟਿਸ਼ੂ ਔਰ ਥਿਕਨੈਸ ਆਫ ਦਿਸ ਲੇਅਰ ਇਜ਼ 1 to 2 ਸੈਲ 1 ਜਾਂ 2 ਸੈਲ ਦੀ ਇਹ ਥਿਕ ਹੁੰਦੀ ਆ ਤਾਂ ਆਹ ਜਿਹੜੇ ਦੇਖੋ ਆਹ ਸੈਂਟਰਲ ਵੈਕਿਊਲ ਆ ਇਹਦੇ ਵਿੱਚ ਹੁਣ ਕੀ ਹੋਣਾ ਆ
ਇੱਥੇ ਇੱਕ ਲੇਅਰ ਡਿਵੈਲਪ ਹੋ ਜਾਣੀ ਹੈ ਜਿਹਨੂੰ ਅਸੀਂ ਟੈਪੇਟਮ ਵਰਗੀ, ਜਿਹਨੂੰ ਟੈਪੇਟਲ ਲੇਅਰ ਕਹਿੰਦੇ ਆ। ਔਰ ਇਹਦਾ ਫੰਕਸ਼ਨ ਤਾਂ ਉਹੀ ਹੋਣਾ ਆ, ਨਿਊਟ੍ਰੀਸ਼ਨ ਪ੍ਰੋਵਾਈਡ ਕਰਨਾ ਟੂ ਦਾ ਡਿਵੈਲਪਿੰਗ ਫੀਮੇਲ ਗੈਮੀਟੋਫਾਈਟ। ਹੁਣ ਜਿਹੜੇ ਆਹ ਨਿਊਕਲੀਅਸ ਸੀਗੇ ਪੈਰੀਫਰੀ ਦੇ, ਇਹਨਾਂ ਨੇ ਕੀ ਕਰਨਾ ਆ, ਇਹ ਆਪਸ ਕਨੈਕਟਡ ਹੁੰਦੇ ਆ ਟੂ 6 ਐਡਜੈਸੈਂਟ ਆਹ ਕਹਿ ਲਓ ਨਿਊਕਲੀਆਈ ਵਿਦ ਦਾ ਹੈਲਪ ਆਫ ਟਿਊਬ ਲਾਈਕ ਸਟਰਕਚਰਸ, ਜਿਨ੍ਹਾਂ ਨੂੰ ਆਪਾਂ ਕਹਿੰਦੇ ਮਾਈਕਰੋ ਟਿਬਿਊਲਸ। ਤਾਂ ਦੇਖੋ ਆ ਜਿਹੜੇ ਨਿਊਕਲੀਆਈ ਆ ਇਹ ਆਪਸ 'ਚ ਜੁੜੇ ਹੋਣੇ ਆ ਵਿਦ ਦਾ ਹੈਲਪ ਆਫ ਸੌਰੀ ਇੱਥੇ ਦੇਖੋ ਆ ਨਿਊਕਲੀਆਈ ਆ, ਇਹ ਆਪਸ 'ਚ ਜੁੜੇ ਹੁੰਦੇ ਆ ਵਿਦ ਆਹ ਦੇਖ ਛੋਟੀ ਟਿਊਬ ਲਾਈਕ ਸਟਰਕਚਰ। ਆ ਦੇਖੋ ਇੱਕ ਨਿਊਕਲੀਆਈ ਆ, ਫਿਰ ਟਿਊਬ ਲਾਈਕ ਸਟਰਕਚਰ, ਫਿਰ ਟਿਊਬ ਲਾਈਕ ਸਟਰਕਚਰ, ਤੇ ਇਹਨੂੰ ਟਿਊਬ ਲਾਈਕ ਸਟਰਕਚਰ ਨੂੰ ਆਪਾਂ ਕਹਿੰਦੇ ਮਾਈਕਰੋ ਟਿਬਿਊਲਸ। ਹੁਣ ਇੱਕ ਪਾਸੇ ਇਹ ਟਿਊਬ ਨਾਲ ਜੁੜ ਜਾਣੇ ਆ ਤੇ ਦੂਸਰੇ ਪਾਸੇ ਇਹ ਆਪਸ 'ਚ ਸੈਪਰੇਟ ਹੋ ਜਾਣੇ ਆ ਵਿਦ ਦਾ ਹੈਲਪ ਆਫ ਸੈਪਟਮ ਜਾਂ ਵਾਲ ਫਾਰਮੇਸ਼ਨ, ਅਸੀਂ ਇਹਨੂੰ ਕਹਿ ਸਕਦੇ ਹਾਂ। ਜਿਹੜੀ ਵਾਲ ਡਿਵੈਲਪ ਹੋਣੀ ਆ ਫਰੋਮ ਪੈਰੀਫਰੀ ਟੂਵਰਡਸ ਦਾ ਸੈਂਟਰ। ਠੀਕ ਹੈ, ਆ ਦੇਖੋ ਆ ਵਾਲਸ ਵੀ ਬਣੀਆਂ ਹੋਈਆਂ ਆ ਤੇ ਜਿਹੜੇ ਨਿਊਕਲੀਆਈ ਆ ਉਹ ਆਪਸ 'ਚ ਜੁੜੇ ਹੋਣੇ ਆ ਵਿਦ ਦਾ ਹੈਲਪ ਆਫ ਮਾਈਕਰੋ ਟਿਬਿਊਲਸ। ਤਾਂ ਇਹ ਜਿਹੜੇ ਹੁਣ ਖਾਨਿਆਂ ਵਾਲਾ ਤੁਹਾਨੂੰ ਸਟਰਕਚਰ ਦਿਖੂਗਾ, ਵਾਲ ਫਾਰਮੇਸ਼ਨ ਪੂਰੀ ਜਦੋਂ ਬਣ ਜਾਊਗੀ, ਇਹ ਕਹਿ ਲਓ ਕਿ ਐਂਟੀਕਲਾਈਨਲ ਵਾਲਸ ਹੁੰਦੀਆਂ ਆ। ਇਸ ਤਰ੍ਹਾਂ ਵਾਲਸ ਅਰੇਂਜ ਹੁੰਦੀਆਂ ਆ ਕਿ ਹਰ ਨਿਊਕਲੀਆਈ ਜਿਹੜਾ ਆ ਉਹ surrounded by 6 tubular cells that opens towards the center next to the vacuolar membrane। ਹੁਣ ਆ ਜਿੱਦਾਂ ਸੈਂਟਰ ਦੇ ਵਿੱਚ ਵੈਕਿਊਲ ਆ, ਤਾਂ ਪੈਰੀਫਰੀ ਤੋਂ ਟਿਊਬ ਸੈਂਟਰ ਵੱਲ ਨੂੰ ਮੂਵ ਕਰਨੀ ਆ ਜਾਂ ਬਣਨੀ ਆ, ਤੇ ਇਹ ਇੱਦਾਂ ਲੱਗੂਗਾ ਕਿ ਟਿਊਬਾਂ ਜਾਂ ਕੋਈ ਖਾਨੇ ਸੈਂਟਰ ਵੱਲ ਨੂੰ ਆ ਕੇ ਵੈਕਿਊਲਰ ਮੈਂਬਰੇਨ ਦੇ ਵਿੱਚ ਓਪਨ ਹੋ ਰਹੇ ਆ ਜਾਂ ਜੁੜ ਰਹੇ ਆ ਕੇ। ਇੱਦਾਂ ਦੇ ਓਪਨ ਸਟਰਕਚਰ ਨੂੰ ਅਸੀਂ ਕਹਿੰਦੇ ਆ ਐਲਵਿਓਲਸ। ਹੁਣ ਨਿਊਕਲੀਆਈ ਆਫ ਐਲਵਿਓਲੀ ਜਿਹੜਾ ਆ ਉਹ ਰਿਮੇਨਸ ਟੂਵਰਡਸ ਦਾ ਪੈਰੀਫਰੀ। ਹੁਣ ਐਲਵਿਓਲੀ ਦਾ ਨਿਊਕਲੀਆਈ ਤਾਂ ਜਿਹੜਾ ਉਹ ਪੈਰੀਫਰੀ ਵੱਲ ਹੀ ਰਹਿੰਦਾ ਆ, ਪਰ ਇਹ ਆ ਕੇ ਟਿਊਬਾਂ ਜਿਹੀਆਂ ਵੈਕਿਊਲਰ ਮੈਂਬਰੇਨ 'ਤੇ ਵੀ ਜੁੜ ਜਾਣੀਆਂ ਆ। ਤਾਂ ਪੂਰੇ ਸਟਰਕਚਰ ਨੂੰ, ਆ ਖਾਨਿਆਂ ਵਾਲੇ ਸਟਰਕਚਰ ਨੂੰ ਅਸੀਂ ਕਹਾਂਗੇ ਐਲਵਿਓਲਸ। ਦੇਖ ਲਿਆ ਆਹ ਡਾਇਗਰਾਮ ਦੇ ਵਿੱਚ, ਆਈ ਥਿੰਕ ਸਮਝ ਆ ਗਿਆ ਹੋਣਾ। ਫਿਰ ਜਿਹੜਾ ਮੇਨ ਆਹ ਵਾਲੇ ਡਾਇਗਰਾਮਸ ਤੋਂ ਤੁਹਾਨੂੰ ਪਤਾ ਲੱਗ ਜਾਣਾ ਆ ਡਿਵੈਲਪਮੈਂਟ ਆਫ ਫੀਮੇਲ ਗੈਮੀਟੋਫਾਈਟ, ਕਿ ਸਾਰੇ ਜਿਹੜੇ ਇਹ ਨਿਊਕਲੀਆਈ ਆ, ਬਹੁਤ ਸਾਰੇ ਨਿਊਕਲੀਆਈ ਸਟ੍ਰੈਂਡਸ ਜਾਂ ਟਿਊਬਾਂ ਨਾਲ ਸੈਪਰੇਟ ਹੋਈ ਜਾਣੇ ਆ ਖਾਨੇ। ਦੇਖੋ ਕਿੰਨੇ ਖਾਨੇ ਬਣ ਗਏ ਆ, ਤੇ ਹਰ ਜਿਹੜਾ ਪੀਸ ਆ ਉਹਦੇ ਤੋਂ ਉਹਨੇ ਮੈਟਾਮੋਰਫੋਸ ਹੋ ਕੇ ਆਰਕੇਗੋਨੀਅਮ ਤੇ ਨੈਕ, ਆਰਕੇਗੋਨੀਅਮ ਦੇ ਅੰਦਰ ਐਗ ਸੈੱਲ ਹੋਏਗਾ, ਹੈ ਨਾ, ਵੈਂਟਰ ਕੈਨਾਲ ਸੈੱਲ, ਨੈਕ ਸੈੱਲ। ਬਸ ਇਹਦੇ ਵਿੱਚ ਇਸ ਆਰਕੇਗੋਨੀਆ ਦੇ ਵਿੱਚ ਡਿਫਰੈਂਸ ਇਹ ਹੈ ਕਿ ਨੈਕ ਕੈਨਾਲ ਸੈੱਲ ਜਿਹੜੇ ਆ ਉਹ ਐਬਸੈਂਟ ਹੁੰਦੇ ਆ, ਨੈਕ ਸੈਲਸ ਪ੍ਰੈਜ਼ੈਂਟ ਹੁੰਦੇ ਆ ਬਟ ਨੈਕ ਕੈਨਾਲ ਸੈਲਸ ਐਬਸੈਂਟ ਹੁੰਦੇ ਆ। ਵਿੰਟਰ ਕੈਨਾਲ ਸੈਲਸ ਜਿਹੜੇ ਉਹ ਪ੍ਰੈਜ਼ੈਂਟ ਹੁੰਦੇ ਆ। ਇਹੀ ਬਾਕੀਆਂ ਨਾਲੋਂ ਡਿਫਰੈਂਸ ਹੋਏਗਾ ਪਾਈਨਸ ਜਾਂ ਇਫੈਡਰਾ ਤੁਹਾਡੇ ਸਿਲੇਬਸ 'ਚ ਹੈਗਾ। ਹੁਣ ਅਸੀਂ ਜੇ ਪੜ੍ਹੀਏ ਅੱਗੇ ਡਿਵੈਲਪਮੈਂਟ ਆਫ ਮੈਗਾ ਗੈਮੀਟੋਫਾਈਟ ਕਿੱਦਾਂ ਹੁੰਦਾ ਆ, ਤਾਂ ਇਹਦੇ ਵਿੱਚ ਕੀ ਹੋਣਾ ਆ, ਜਿੰਨੇ ਵੀ ਕਨੈਕਟਡ ਐਲਵਿਓਲੀ ਜਿਹੜੇ ਆ ਉਹ ਟੂਵਰਡਸ ਦਾ ਸੈਂਟਰ, ਮਤਲਬ ਜਿਹੜੇ ਵਾਲਸ ਬਣੀਆਂ ਆ ਉਹ ਹੋਰ ਜ਼ਿਆਦਾ ਕਹਿ ਲਓ ਕਿ ਵਧਣੀਆਂ ਆ ਟੂਵਰਡਸ ਦਾ ਸੈਂਟਰ, ਜਾਂ ਕਹਿ ਲਓ ਪੱਕੀਆਂ ਆਪਸ 'ਚ ਇੱਕ ਦੂਸਰੇ ਨਾਲ ਕਨੈਕਟਡ ਹੋ ਜਾਣੀਆਂ ਟੂਵਰਡਸ ਦਾ ਸੈਂਟਰ। ਕੁਛ ਜਿਹੜੀਆਂ ਉਹ ਹੈਗੀਆਂ ਆ ਉਹ ਬੰਦ ਹੋ ਜਾਣੀਆਂ ਆ, ਤੇ ਇੱਕ ਪਿਰਾਮਿਡਲ ਸੈੱਲ ਸ਼ੇਪ ਸਟਰਕਚਰ ਇਹਨਾਂ ਨੇ ਫਾਰਮ ਕਰਨਾ ਆ। ਨਾਲ ਹੀ ਨਾਲ ਐਲਵਿਓਲੀ ਜਿਹੜਾ ਆ ਉਹਨੇ ਉਹ ਬੰਦ ਹੋ ਜਾਣਾ ਆ ਵਿਦ ਦਾ ਫਾਰਮੇਸ਼ਨ ਆਫ ਐਂਡ ਵਾਲਸ। ਮਤਲਬ ਆ ਜਿੱਦਾਂ ਵਾਲਸ ਬਣੀਆਂ,
ਆ ਵੈਕਿਊਲਿਆ, ਇਹਦੇ ਆਲੇ ਦੁਆਲੇ ਪਤਲੀ ਲੇਅਰ ਟੈਪੇਟਮ ਜਿਹਨੇ ਨਿਊਟ੍ਰੀਸ਼ਨ ਪ੍ਰੋਵਾਈਡ ਕਰਨਾ, ਇਹਨੇ ਡਿਸਇੰਟੀਗ੍ਰੇਟ ਵੀ ਹੋ ਜਾਣਾ ਆ। ਪੈਰੀਫਰੀ ਆ, ਇੱਥੇ ਆ ਨਿਊਕਲੀਆ ਆ। ਤਾਂ ਆ ਜਿਹੜੀ ਵਾਲਸ ਸੈਪਰੇਟ ਕਰਨੀਆਂ ਇੱਕ ਦੂਸਰੇ ਨਿਊਕਲੀਆਈ ਨੂੰ, ਇਹਨੇ ਇਸ ਤਰ੍ਹਾਂ ਇੱਥੇ ਲੁੱਕ ਦੇਣੀ ਆ ਕਿ ਜਿਵੇਂ ਟਿਊਬਾਂ ਜਿਹੀਆਂ ਆ ਕੇ ਇਹਦੇ ਵਿੱਚ ਖੁੱਲ੍ਹਦੀਆਂ ਆ। ਅਤੇ ਇਸ ਪੂਰੇ ਸਟਰਕਚਰ ਨੂੰ ਆਪਾਂ ਐਲਵੀਓਲਸ ਕਹਿੰਦੇ ਹਾਂ। ਜਦੋਂ ਐਲਵੀਓਲਸ ਪੂਰਾ ਬਣ ਜਾਂਦਾ ਆ ਤਾਂ ਉਸ ਵੇਲੇ ਇਹ ਜਿਹੜੀਆਂ ਦੀਵਾਰਾਂ ਆ ਇੱਥੋਂ ਵੀ ਬੰਦ ਹੋ ਜਾਂਦੀਆਂ ਆ, ਛੇਦ ਜਿਹੜੇ ਆ, ਔਰ ਕਿਨਾਰਿਆਂ 'ਤੇ ਵੀ ਇੱਕ ਥਿੱਕ ਵਾਲ ਜਿਹੀ ਫਾਰਮ ਕਰਕੇ ਐਂਡ ਵਾਲਸ ਜਿਹਨੂੰ ਆਪਾਂ ਕਹਿੰਦੇ ਹਾਂ। ਅਤੇ ਇਹ ਪੂਰਾ ਸਟਰਕਚਰ ਜਿਹੜਾ ਬੰਦ ਹੋ ਜਾਂਦਾ, ਪੈਕਡ ਹੋ ਜਾਂਦਾ ਆ। ਹੁਣ ਜਿਹੜੀ ਇਹ ਰਿਪੀਟਡ ਪੈਰੀਕਲਾਈਨਲ ਡਿਵੀਜ਼ਨਸ ਇਨ ਦਾ ਐਲਵੀਓਲੀ ਰਿਜ਼ਲਟ ਇਨ ਦਾ ਫਾਰਮੇਸ਼ਨ ਆਫ ਲੀਨੀਅਰ ਤੇ radial rows of cells which later on become irregular and finally complete female gametophyte ਤੇ ਸੈਲੂਲਰ ਹੁੰਦਾ ਹੈ। ਬੇਟਾ ਆਪਾਂ ਹੁਣ ਆ ਦੇਖੋ ਸੈਂਟਰ ਦੇ ਵਿੱਚ ਅਸੀਂ ਇੱਦਾਂ ਦੇਖਿਆ ਸੀ ਕਿ ਸਾਰੀ ਵਾਲਸ ਜਿਹੜੀਆਂ ਉਹ ਬੰਦ ਹੋ ਜਾਂਦੀਆਂ ਆ, ਤਾਂ ਕੁਛ ਇੱਦਾਂ ਦਾ ਸਟਰਕਚਰ ਜਿਹੜਾ ਆ ਪਿੱਛੇ ਦੇਖਿਆ ਨਾ ਹੁਣੇ, ਇੱਦਾਂ ਟਿਊਬਾਂ ਜਿਹੜੀਆਂ ਇੱਕ ਦੂਸਰੇ ਨੂੰ ਕੱਟ ਕਰਦੀਆਂ ਆ, ਤਾਂ ਪੂਰੇ ਇੱਕ ਬਾਲ ਲਾਈਕ ਸਟਰਕਚਰ, ਸੈਲੂਲਰ ਸਟਰਕਚਰ ਅੰਦਰ ਬਣ ਜਾਏਗਾ। ਇਹ ਹੁਣ ਐਂਟੀਕਲਾਈਨਲ ਪੈਰੀਕਲਾਈਨਲ ਡਿਵੀਜ਼ਨ ਹੋ ਕੇ ਪੂਰਾ ਇਹ ਜਿਹੜਾ ਸਟਰਕਚਰ ਆ, ਇਹ ਸੈਲੂਲਰ ਸਟਰਕਚਰ ਲੀਨੀਅਰ, ਵਰਟੀਕਲ, ਹੌਰੀਜ਼ੋਂਟਲ ਰੋਸ ਆਫ ਸੈੱਲ ਫਾਰਮ ਹੋਈ ਜਾਣੇ ਆ। ਪੂਰਾ ਸੈਲੂਲਰ ਸਟਰਕਚਰ ਇੱਕ ਬਣ ਜਾਣਾ ਅੰਦਰ। ਹੁਣ ਇਹਨੂੰ ਅਸੀਂ ਕਹਿੰਦੇ ਹਾਂ ਫੀਮੇਲ ਗੈਮੀਟੋਫਾਈਟ। ਹੁਣ ਅਪਰ ਸੈੱਲ ਆਫ ਫੀਮੇਲ ਗੈਮੀਟੋਫਾਈਟ ਜਾਂ ਪ੍ਰੋਥੈਲਸ ਵੀ ਇਹਨੂੰ ਕਹਿੰਦੇ ਆ, ਜਾਂ ਐਂਡੋਸਪਰਮ ਵੀ ਕਹਿੰਦੇ ਆ, ਉਹ ਛੋਟਾ ਹੁੰਦਾ ਆ ਅਤੇ ਐਜ਼ ਕੰਪੇਅਰ ਟੂ ਲੋਅਰ ਵਨਸ। ਹੁਣ ਆ ਜਿਹੜੀ ਇੱਕ ਵਾਲ ਬਣੀ ਸੀਗੀ ਥੱਲੇ ਅੰਦਰ, ਜਿਹੜੀ ਬਿਲਕੁਲ ਸੈਲੂਲਰ ਸੀਗੀ, ਫਿਰ ਇਹਦੇ ਤੋਂ ਕੀ ਹੋਣਾ ਆ, ਇਹਨੂੰ ਸੈਲੂਲਰ ਫੀਮੇਲ ਗੈਮੀਟੋਫਾਈਟ ਕਹਿੰਦੇ ਆ। ਹੁਣ ਸੈਲੂਲਰ ਨੇ ਵੀ ਅੱਗੇ ਡਿਫਰੈਂਸ਼ੀਏਟ ਹੋਣਾ ਆ, ਆਰਕੇਗੋਨੀਆ ਬਣਨਾ ਨਾ। ਆਰਕੇਗੋਨੀਆ ਕਿਵੇਂ ਬਣੇਗਾ? ਹੁਣ ਆ ਜਿਹੜੇ ਸੈੱਲ ਆ ਇਹਨੂੰ ਅਸੀਂ ਕਵਾਂਗੇ ਆਰਕੇਗੋਨੀਅਲ ਇਨੀਸ਼ੀਅਲ ਸੈੱਲ। ਇਹਦੇ ਵਿੱਚ ਨਿਊਕਲੀਅਸ ਵੀ ਹੋਏਗਾ। ਇਹ ਆਰਕੇਗੋਨੀਅਲ ਇਨੀਸ਼ੀਅਲ ਸੈੱਲ ਨੇ ਡਿਵਾਈਡ ਹੋਣਾ ਆ ਸਾਈਡ 'ਤੇ ਵੀ, ਠੀਕ ਹੈ, ਅਤੇ ਥੱਲੇ ਵੀ। ਉੱਪਰ ਵਾਲੇ ਨੂੰ ਅਸੀਂ ਕਹਿਣਾ ਆ ਪ੍ਰਾਇਮਰੀ ਨੈਕ ਸੈੱਲ, PNC, ਪ੍ਰਾਇਮਰੀ ਨੈਕ ਸੈੱਲ, ਅਤੇ ਥੱਲੇ ਵਾਲੇ ਨੂੰ ਅਸੀਂ ਕਹਿਣਾ ਆ ਸੈਂਟਰਲ ਸੈੱਲ। ਦੋਨਾਂ ਕੋਲ ਆਪਣਾ ਆਪਣਾ ਨਿਊਕਲੀਅਸ ਹੋਣਾ, ਮਤਲਬ ਨਿਊਕਲੀਅਰ ਡਿਵੀਜ਼ਨ ਵੀ ਹੋਣੀ ਆ। ਫਿਰ ਜਿਹੜੇ ਹੋਰ ਡਿਵੀਜ਼ਨ ਹੋਣੀ ਆ, ਤਾਂ ਜਿਹੜੇ ਨੈਕ ਸੈੱਲ ਬਣ ਗਏ ਆ, ਥੱਲੇ ਵਾਲਾ ਸੈੱਲ ਵੱਡਾ ਹੀ ਹੋਣਾ ਆ, ਜਿਹਦੇ ਵਿੱਚ ਨਿਊਕਲੀਆਈ ਵੀ ਇਲੈਬੋਰੇਟ ਹੋਣਾ ਆ, ਇਲੋਂਗੇਟ ਹੋਣਾ ਆ। ਇਹਨੂੰ ਅਸੀਂ ਕਹਿੰਦੇ ਆ ਐਗ ਸੈੱਲ, ਅਤੇ ਉੱਪਰ ਆਹ ਨੈਕ ਸੈੱਲਸ ਦੋਨੋਂ, ਅਤੇ ਇੱਥੇ ਨੈਕ ਸੈੱਲਸ ਤੋਂ ਥੱਲੇ ਵੈਂਟਰ ਕੈਨਾਲ ਸੈੱਲ ਇੱਕ ਪ੍ਰੈਜ਼ੈਂਟ ਹੋਣਾ ਆ। ਇਹ ਤਾਂ ਇਹਦਾ ਸਟਰਕਚਰ ਆ ਆਰਕੇਗੋਨੀਆ ਦਾ, ਕਿ ਆਰਕੇਗੋਨੀਆ ਕਿੱਦਾਂ ਫਾਰਮ ਹੁੰਦਾ ਆ। ਹੁਣ ਅਪਰ ਸੈੱਲ ਜਿਹੜਾ ਫੀਮੇਲ ਗੈਮੀਟੋਫਾਈਟ ਦਾ ਆ, ਉਹ ਛੋਟਾ ਹੁੰਦਾ ਆ ਐਜ਼ ਕੰਪੇਅਰ ਟੂ ਲੋਅਰ ਵਨ, ਅਤੇ ਇਹਦੇ ਵਿੱਚ ਲਾਰਜਰ ਅਮਾਊਂਟ ਆਫ ਨਿਊਟ੍ਰੀਟਿਵ ਸਬਸਟੈਂਸਿਸ ਪ੍ਰੈਜ਼ੈਂਟ ਹੁੰਦੇ ਆ। ਉਹਨਾਂ ਦਾ ਫੰਕਸ਼ਨ ਕੀ ਆ? ਟੂ ਪ੍ਰੋਵਾਈਡ ਨਰਿਸ਼ਮੈਂਟ ਟੂ ਦਾ ਡਿਵੈਲਪਿੰਗ ਐਮਬਰੀਓ। ਹੁਣ ਆਰਕੇਗੋਨੀਆ ਇਹਦੇ ਵਿੱਚ ਕਿੱਦਾਂ ਬਣਿਆ? ਇਹ ਐਕਚੁਅਲੀ ਸ਼ੁਰੂਆਤ ਜਿਹੜੀ ਆ ਫੀਮੇਲ ਗੈਮੀਟੋਫਾਈਟ ਦਾ ਸੈਲੂਲਰ ਸੀਗਾ, ਫਿਰ ਇੱਕ ਸੈੱਲ ਦੀ ਡਿਵੀਜ਼ਨ ਹੋਈ ਜਿਹਨੂੰ ਅਸੀਂ ਆਰਕੇਗੋਨੀਅਲ ਇਨੀਸ਼ੀਅਲ ਸੈੱਲ ਕਿਹਾ, ਜਾਂ ਅਪਰ ਔਰ ਲੋਅਰ ਸੈੱਲ। ਅਪਰ ਛੋਟਾ ਸੀਗਾ, ਲੋਅਰ ਵੱਡਾ ਸੀਗਾ, ਅਪਰ ਵਾਲੇ ਨੂੰ ਆਰਕੇਗੋਨੀਅਲ ਇਨੀਸ਼ੀਅਲ ਸੈੱਲ ਕਹਿੰਦੇ ਆ। ਉਹ ਤੋਂ ਆਰਕੇਗੋਨੀਆ ਜਿਹੜਾ ਡਿਵੈਲਪ ਹੋਣਾ ਹੈ। ਕਿਵੇਂ ਡਿਵੈਲਪ ਹੋਣਾ ਆ? ਕੁਛ ਜਿਹੜੇ ਸੁਪਰਫਿਸ਼ੀਅਲ ਸੈੱਲਸ ਆ ਫੀਮੇਲ ਗੈਮੀਟੋਫਾਈਟ ਦੇ ਟੂਵਰਡਸ ਦਾ ਮਾਈਕਰੋਪਾਈਲ, ਮਤਲਬ ਆਪਾਂ ਪੂਰੇ ਓਵਿਊਲ ਦਾ ਸਟਰਕਚਰ ਬਣਾਇਆ, ਨਿਊਸਲਸ ਵਗੈਰਾ ਪਹਿਲਾਂ ਸੀਗੇ, ਫਿਰ ਆਹ ਫੀਮੇਲ ਗੈਮੀਟੋਫਾਈਟ ਬਣਿਆ। ਤਾਂ ਹੁਣ ਜਿਹੜੇ ਉੱਪਰ ਵਾਲੇ ਸੈੱਲ ਟੂਵਰਡਸ ਦਾ ਮਾਈਕਰੋਪਾਈਲ, ਇੱਥੇ ਮਾਈਕਰੋਪਾਈਲ ਸੀਗਾ, ਮਾਈਕਰੋਪਾਈਲ ਵੱਲ ਜਿਹੜੇ ਸੈੱਲ ਸੀਗੇ ਉਹ ਡਿਫਰੈਂਸ਼ੀਏਟ ਹੋ ਜਾਂਦੇ ਆ ਐਸ ਆਰਕੇਗੋਨੀਅਲ ਇਨੀਸ਼ੀਅਲ, ਔਰ ਈਚ ਇਨੀਸ਼ੀਅਲ ਸੈੱਲ ਜਿਹੜਾ ਉਹ ਪੈਰੀਕਲਾਈਨਲ ਡਿਵੀਜ਼ਨ ਦੇ ਦੁਆਰਾ ਡਿਵਾਈਡ ਹੁੰਦਾ ਆ, ਅਤੇ ਦੋ ਅਨਈਕੁਅਲ ਸੈੱਲਸ ਫਾਰਮ ਕਰਦਾ ਆ, ਇੱਕ ਵੱਡਾ ਇੱਕ ਛੋਟਾ।
ਉੱਪਰ ਵਾਲੇ ਨੂੰ ਕਹਿੰਦੇ ਆ ਆਰਕੇਗੋਨੀਅਲ ਇਨੀਸ਼ੀਅਲ ਤੇ ਲੋਅਰ ਵਾਲੇ ਨੂੰ ਕਹਿੰਦੇ ਆ ਸੈਂਟਰਲ ਸੈੱਲ। ਠੀਕ ਹੈ, ਹੁਣ ਫਾਈਨਲੀ ਸੈਂਟਰਲ ਸੈੱਲ ਇਹਨੂੰ ਕਹਿੰਦੇ ਆ, ਉਹ ਲਾਰਜਰ ਹੁੰਦਾ ਆ। ਹੁਣ ਜਿਹੜੇ ਪ੍ਰਾਇਮਰੀ ਨੈਕ ਸੈੱਲ ਆ ਉਹ ਐਂਟੀਕਲਾਈਨਲ ਡਿਵੀਜ਼ਨ ਨਾਲ ਡਿਵਾਈਡ ਹੁੰਦੇ ਆ ਤੇ ਦੋ ਨੈਕ ਸੈਲਸ ਫਾਰਮ ਕਰਦੇ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਹ ਦੋ ਨੈਕ ਸੈਲਸ ਫਾਰਮ ਹੋ ਗਏ, ਵੱਡੇ ਵਾਲੇ ਦਾ ਵੀ ਨਿਊਕਲੀਅਸ ਜਿਹੜਾ ਉਹ ਇਲੈਬੋਰੇਟ ਹੁੰਦਾ ਆ। ਹੁਣ ਨੈਕ ਆਫ ਮੈਚਿਓਰ ਆਰਕੇਗੋਨੀਅਮ ਜਿਹੜੀ ਆ ਉਹ 4 ਸੈਲਡ ਹੁੰਦੀ ਆ। ਇੰਨਾ ਧਿਆਨ ਰੱਖਣਾ ਆ ਕਿ ਨੈਕ ਆਫ ਮੈਚਿਓਰ, ਜਦੋਂ ਆਰਕੇਗੋਨੀਅਮ ਮੈਚਿਓਰ ਹੋ ਜਾਂਦਾ ਆ ਉਸ ਵੇਲੇ ਨੈਕ ਜਿਹੜੀ ਆ 4 ਸੈਲਡ ਸਟਰਕਚਰ ਹੁੰਦਾ ਆ, ਦੂਸਰੀ ਹੋਰ ਡਿਵੀਜ਼ਨਸ ਉੱਥੇ ਹੁੰਦੀਆਂ ਆ। ਸੈਂਟਰਲ ਸੈੱਲ ਵੀ ਸਾਈਜ਼ 'ਚ ਇਨਕਰੀਜ਼ ਹੁੰਦਾ ਆ, ਹਾਈਲੀ ਵੈਕਿਊਲੇਟਡ, ਅੰਦਰ ਖਾਲੀ ਜਗ੍ਹਾ ਹੁੰਦੀ ਆ, ਉਹਨੂੰ ਵੈਕਿਊਲ ਕਹਿ ਦਿੰਦੇ ਆ। ਇਹਨੂੰ ਅਸੀਂ ਕਹਿ ਦਿੰਦੇ ਆ ਵੈਂਟਰ ਆਫ ਆਰਕੇਗੋਨੀਅਮ। At this stage, the cells of female gametophyte surrounding the venter becomes defined as archegonial jacket। ਤਾਂ ਆ ਜਿੱਦਾਂ ਨੈਕ ਸੈੱਲ ਬਣੇ ਸੀਗੇ ਹੈ ਨਾ, ਇਹਦੇ ਨੀਚੇ ਆਹ ਆਪਾਂ ਵੈਂਟਰ ਦੀ ਗੱਲ ਕਰ ਰਹੇ ਹਾਂ। ਹੈ ਤਾਂ ਇਹ ਸੈਂਟਰਲ ਸੈੱਲ 'ਚ ਆ, ਇਹਦੇ ਥੱਲੇ ਐਗ ਸੈੱਲ ਆ, ਇੱਥੇ ਉੱਪਰ। ਅਗਰ ਮੈਂ ਵਿੱਚ ਐਗ ਸੈੱਲ ਦਾ ਵਰਡ ਯੂਜ਼ ਕੀਤਾ ਹੋਵੇ ਤਾਂ ਉੱਥੇ ਤੁਸੀਂ ਸਕਿਪ ਕਰ ਲੈਣਾ ਉਹਨੂੰ। ਵੈਂਟਰ ਦੀ ਅਸੀਂ ਗੱਲ ਕਰਦੇ ਹਾਂ ਕਿ ਨੈਕ ਸੈਲਸ ਤੋਂ ਥੱਲੇ ਵੈਂਟਰ ਸੈਲਸ ਜਿਹੜੇ ਆ ਉਹ ਡਿਵੈਲਪ ਹੁੰਦੇ, ਵੈਂਟਰ ਕੈਨਾਲ ਸੈਲਸ। ਹੁਣ ਇਹਨੂੰ ਆਰਕੇਗੋਨੀਅਲ ਜੈਕਟ ਵੀ ਅਸੀਂ ਕਹਿ ਸਕਦੇ ਹਾਂ। ਫਰਟੀਲਾਈਜੇਸ਼ਨ ਤੋਂ ਪਹਿਲਾਂ ਜਿਹੜਾ ਨਿਊਕਲੀਅਸ ਹੁੰਦਾ ਆ ਸੈਂਟਰਲ ਸੈੱਲ ਦਾ, ਉਹ ਮਾਈਟੋਸਿਸ, ਇਹ ਯਾਦ ਰੱਖਣਾ ਹੈ ਬੇਟਾ, ਮਾਈਟੋਸਿਸ ਹੁੰਦੀ ਆ ਟੂ ਫਾਰਮ small venter canal cell nucleus and larger nucleus of egg cell। ਤਾਂ ਆਹ ਤਾਂ ਨੈਕ ਸੈਲਸ ਜਿਹੜੇ ਆ ਉਹ ਬਣੇ, ਇਹਦੇ ਨੀਚੇ ਆਹ ਸੈਂਟਰਲ ਸੈੱਲ ਦੇ ਵਿੱਚ ਆਰਕੇਗੋਨੀਅਮ ਬਣਿਆ ਤੇ ਆਹ ਐਗ ਸੈੱਲ। ਇੱਥੇ ਹੋਣੀ ਮਾਈਟੋਸਿਸ ਆ, ਮਾਈਟੋਸਿਸ ਨਾਲ ਦੋ ਨਿਊਕਲੀਆਈ ਬਣਨੇ ਆ, ਵੈਂਟਰ ਕੈਨਾਲ ਸੈੱਲ ਨਿਊਕਲੀਅਸ ਤੇ ਲਾਰਜਰ ਨਿਊਕਲੀਅਸ ਆਫ ਐਗ ਸੈੱਲ। separation wall between two nuclei is not formed। ਤਾਂ ਤੁਹਾਨੂੰ ਕੋਈ ਵੀ ਦੇਖੋ separation wall ਜਿਹੜੀ ਆ ਉਹ ਨਹੀਂ ਦੇਖਦੀ। ਐਸ ਸੱਚ ਵੈਂਟਰ ਕੈਨਾਲ ਆ ਤੇ ਇੱਥੇ ਐਗ ਸੈੱਲ ਆ, ਐਗ ਨਿਊਕਲੀਅਸ ਕਹਿ ਸਕਦੇ ਹਾਂ। ਨੈਕ ਕੈਨਾਲ ਸੈਲਸ ਆਰ ਕੰਪਲੀਟਲੀ ਐਬਸੈਂਟ। ਇਹ ਵੈਰੀ ਵੈਰੀ ਇੰਪੋਰਟੈਂਟ ਆ ਸਾਈਕਸ ਫੀਮੇਲ ਗੈਮੀਟੋਫਾਈਟ ਦੇ ਵਿੱਚ, ਇਹ ਤੁਹਾਨੂੰ 1 ਮਾਰਕ 'ਚ ਵੀ ਪੁੱਛ ਸਕਦੇ ਆ। ਹੁਣ ਵੈਂਟਰ ਕੈਨਾਲ ਸੈੱਲ ਦਾ ਜਿਹੜਾ ਨਿਊਕਲੀਅਸ ਆ ਉਹ ਮੂਵ ਕਰਦਾ ਆ ਟੂਵਰਡਸ ਦਾ ਨੈਕ ਆਫ ਦਾ ਆਰਕੇਗੋਨੀਅਮ ਤੇ ਡੀਜਨਰੇਟ ਹੋ ਜਾਂਦਾ ਆ ਜਦੋਂ ਮੈਚਿਓਰ ਹੁੰਦਾ ਆ। ਦਸ ਮੈਚਿਓਰ ਆਰਕੇਗੋਨੀਅਮ ਕੰਸਿਸਟ ਆਫ ਓਨਲੀ 4 ਸੈਲਡ ਨੈਕ ਐਂਡ ਅ ਲਾਰਜ ਵੈਂਟਰ। ਵੈਂਟਰ ਕੰਟੇਨਸ ਸੈਂਟਰਲੀ ਲੋਕੇਟਡ ਲਾਰਜ ਐਗ ਨਿਊਕਲੀਅਸ। ਤਾਂ ਸਿਰਫ ਆਹੀ ਰਹਿ ਜਾਣਾ ਹੈ ਜਦੋਂ ਮੈਚਿਓਰ ਹੋਣਾ ਆ, ਨੈਕ ਸੈਲਸ ਤੇ ਇੱਥੇ ਐਗ ਸੈੱਲ। ਠੀਕ ਹੈ, ਹੁਣ ਵੈਂਟਰ ਜਿਹੜਾ ਆ ਇਹਦੇ ਵਿੱਚ ਐਗ ਨਿਊਕਲੀਅਸ ਤਾਂ ਹੁੰਦਾ ਆ, ਉਸ ਐਗ ਨਿਊਕਲੀਅਸ ਦਾ ਡਾਇਆਮੀਟਰ 500 ਮਿਲੀਮੀਟਰ ਵੀ ਹੋ ਸਕਦਾ ਆ ਕਿਸੇ ਸਪੀਸ਼ੀਜ਼। ਐਗ ਸਾਈਕਸ ਦਾ ਜਿਹੜਾ ਐਡਾ ਕੁ ਵੱਡਾ ਹੁੰਦਾ ਆ ਕਿ ਇਹ ਲਾਰਜੈਸਟ ਅਮੰਗ ਆਲ ਲਿਵਿੰਗ ਪਲਾਂਟਸ। ਤਾਂ ਇਹ ਵੀ ਇੰਪੋਰਟੈਂਟ ਆ, ਅਬਾਊਟ 1.5 millimeter in diameter ਸਾਈਕਸ ਸਰਸਿਨਲਿਸ 'ਚ ਐਗ ਨਿਊਕਲੀਅਸ ਹੋ ਸਕਦਾ ਹੈ। ਹੁਣ growth of cells immediately above the archegonia becomes restricted। ਮਤਲਬ ਜਿਹੜੇ ਆਰਕੇਗੋਨੀਆ ਤੋਂ ਉੱਪਰ ਸੈਲਸ ਆ ਉਹ ਨਹੀਂ, ਉਹਨਾਂ ਦੀ ਗਰੋਥ ਜਿਹੜੀ ਆ ਉਹ ਬੰਦ ਹੋ ਜਾਂਦੀ ਆ। ਤੇ ਇੱਥੇ ਹੁਣ ਕੀ ਬਣਨਾ ਆ, ਸ਼ੈਲੋ ਬਾਉਲ ਸ਼ੇਪਡ ਕੈਵਿਟੀ ਅਬਵ ਦਾ ਆਰਕੇਗੋਨੀਆ। ਤਾਂ ਆਹ ਤਾਂ ਜਿਹੜੇ ਆਰਕੇਗੋਨੀਆ ਆਹ ਬਣਿਆ, ਆਪਾਂ ਹੁਣੇ ਦੇਖਿਆ ਸੀਗਾ ਕਿ ਨੈਕ ਸੈੱਲ, ਐਗ, ਇਹ ਪੂਰਾ ਆਰਕੇਗੋਨੀਆ ਸਟਰਕਚਰ ਹੈ। ਇਹਦੇ ਉੱਪਰਲੇ ਜਿੰਨੇ ਕੁ ਸੈੱਲ ਸੀਗੇ ਇਹਨਾਂ ਦੀ ਗਰੋਥ ਜਿਹੜੀ ਆ ਇਹ ਰਿਸਟ੍ਰਿਕਟ ਹੋ ਕੇ ਤੇ ਇੱਕ ਬਾਉਲ ਸ਼ੇਪਡ ਸਟਰਕਚਰ ਇੱਥੇ ਬਣਿਆ। ਇਹ ਸੈਲਸ ਦੀ ਗਰੋਥ ਬਾਉਲ ਸ਼ੇਪਡ, ਕੌਲੀ ਵਰਗੀ ਸ਼ੇਪ ਦੀ ਹੁੰਦੀ ਆ। ਠੀਕ ਹੈ, ਇਹਨੂੰ ਅਸੀਂ ਕਹਿੰਦੇ ਆ ਆਰਕੇਗੋਨੀਅਲ ਚੈਂਬਰ।
ਨੈਕ ਆਫ ਆਰਕੇਗੋਨੀਆ ਜਿਹੜੀ ਆ ਓਪਨ ਹੁੰਦੀ ਆ ਆਰਕੇਗੋਨੀਅਲ ਚੈਂਬਰ ਦੇ ਵਿੱਚ। ਇਹਦੇ ਵਿੱਚ ਇੱਕ ਲਿਕੁਇਡ ਭਰਿਆ ਹੁੰਦਾ ਡਿਊਰਿੰਗ ਫਰਟੀਲਾਈਜੇਸ਼ਨ ਉਸ ਚੈਂਬਰ 'ਚ। cells of nucellus above the archegonial chamber gets disorganized and form a continuous cavity up to the pollen chamber। ਤਾਂ ਹੁਣ ਇਹ ਜਿਹੜਾ ਆਰਕੇਗੋਨੀਅਲ ਚੈਂਬਰ ਤੋਂ ਉੱਪਰ ਨਿਊਸਲਸ ਹੀ ਸੀਗਾ, ਇਹ ਤਾਂ ਸਾਰਾ ਹਲੇ ਨਿਊਸਲਸ 'ਚ ਹੀ ਹੋ ਰਿਹਾ। ਇਹ ਸੈਲਸ ਜਿਹੜੇ ਆ ਨਿਊਸਲਸ ਦੇ ਇਹ ਡਿਸਇੰਟੀਗ੍ਰੇਟ ਹੋ ਜਾਂਦੇ ਆ ਅਤੇ ਇੱਕ ਕੈਵਿਟੀ ਪੂਰੀ ਬਣ ਜਾਂਦੀ ਅਪ ਟੂ ਦਾ ਪੋਲਨ ਚੈਂਬਰ ਤੱਕ। ਇੱਕ ਕਹਿ ਲਓ ਖਾਲੀ ਜਗ੍ਹਾ ਗੁਥਲੀ ਬਣ ਜਾਂਦੀ ਆ ਪੋਲਨ ਚੈਂਬਰ ਤੱਕ। ਥੱਲੇ ਆਰਕੇਗੋਨੀਅਲ ਚੈਂਬਰ ਤੋਂ ਲੈ ਕੇ ਪੋਲਨ ਚੈਂਬਰ ਤੱਕ ਇੱਕ ਗੁਥਲੀ ਬਣ ਜਾਂਦੀ ਹੈ ਪੂਰੀ। ਹੁਣ ਸਟਰਕਚਰ ਆਫ ਮੈਚਿਓਰ ਓਵਿਊਲ ਤਾਂ ਆਪਾਂ ਦੇਖਿਆ ਹੀ ਸੀਗਾ, ਪੂਰਾ ਇਸ ਤਰ੍ਹਾਂ ਦਾ ਓਵਿਊਲ ਬਣਦਾ ਆ। ਇੰਟੈਗੂਮੈਂਟਸ ਹੁੰਦੀ ਆ ਅੰਦਰ, ਨਿਊਸੇਲਸ, ਇੱਥੇ ਨਿਊਸੇਲਰ ਬੀਕ, ਮਾਈਕਰੋਪਾਈਲ, ਪੋਲਨ ਚੈਂਬਰ ਇੱਥੇ ਹੁੰਦਾ ਆ, ਹੈ ਨਾ। ਉੱਪਰੋਂ ਇੰਟੈਗੂਮੈਂਟਸ ਜੁੜੀਆਂ ਹੁੰਦੀਆਂ, ਥੱਲਿਓਂ ਫ੍ਰੀ ਹੋ ਜਾਂਦੀਆਂ ਆ। ਤਾਂ ਇਹ ਸਾਰਾ ਅਸੀਂ ਸਟਰਕਚਰ ਜਿਹੜਾ ਪੜ੍ਹ ਚੁੱਕੇ ਹਾਂ। ਇਰੈਕਟ ਹੁੰਦਾ, ਆਰਥੋਟ੍ਰੋਪਸ ਓਵਿਊਲ ਹੁੰਦਾ ਆ। ਜੇ ਇੱਕੋ ਹੀ ਇੰਟੈਗੂਮੈਂਟ ਹੁੰਦੀ ਆ, ਉਹ 3 ਲੇਅਰਸ, ਸਕਲੈਰੋਟੈਸਟਾ, ਸਾਰਕੋਟੈਸਟਾ, ਇਹ ਦੇਖਿਆ ਸੀ ਨਾ ਆਪਾਂ ਸਟਰਕਚਰ, ਇਹ 'ਚ ਡਿਵੈਲਪ ਹੋਏ ਹੁੰਦੇ ਆ। ਤਾਂ ਇਹ ਸਾਰਾ ਜਿਹੜਾ ਆ ਅਸੀਂ ਪੜ੍ਹ ਚੁੱਕੇ ਹਾਂ। ਇਹਨੂੰ ਦੁਬਾਰਾ ਪੜ੍ਹਨ ਦੀ ਲੋੜ ਨਹੀਂ ਹੈਗੀ। ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਸਿਰਫ ਇੱਕ ਸੈਲੂਲਰ ਡਿਵੀਜ਼ਨ ਆ ਫੀਮੇਲ ਗੈਮੀਟੋਫਾਈਟ। ਜਦੋਂ ਪੂਰਾ ਸੈਲੂਲਰ ਫੀਮੇਲ ਗੈਮੀਟੋਫਾਈਟ ਬਣ ਜਾਣਾ ਆ, ਉਹਦੇ ਤੋਂ ਬਾਅਦ 'ਚ ਕੁਛ ਸੈਲਸ ਨੇ ਡਿਵਾਈਡ ਹੋਣਾ ਆ ਅਤੇ ਆਰਕੇਗੋਨੀਅਲ ਇਨੀਸ਼ੀਅਲ, ਨੈਕ ਸੈਲ, ਆਰਕੇਗੋਨੀਆ, ਨਿਊਕਲੀਅਰ ਮਾਈਟੋਟਿਕ ਡਿਵੀਜ਼ਨ ਹੋਣੀ ਆ ਨਿਊਕਲੀਅਸ ਦੀ, ਅਤੇ ਵੈਂਟਰ ਨਿਊਕਲੀਅਸ ਅਤੇ ਐਗ ਨਿਊਕਲੀਅਸ ਬਣਨਾ ਆ। ਵੈਂਟਰ ਨੇ ਡਿਸਇੰਟੀਗ੍ਰੇਟ ਹੋ ਜਾਣਾ ਆ ਅਤੇ ਐਗ ਨਿਊਕਲੀਅਸ ਇਕੱਲਾ ਰਹਿ ਜਾਣਾ ਆ। ਉੱਪਰ ਆਰਕੇਗੋਨੀਅਲ ਚੈਂਬਰ, ਫਿਰ ਇੱਕ ਕੈਵਿਟੀ ਫਾਰਮ ਹੋਣੀ ਆ ਸੈਲਸ ਦੇ ਖ਼ਤਮ ਹੋਣ ਨਾਲ ਅਪ ਟੂ ਦਾ ਪੋਲਨ ਚੈਂਬਰ। ਇੰਨਾ ਹੀ ਸੀਗਾ ਇਹ ਫੀਮੇਲ ਗੈਮੀਟੋਫਾਈਟ। ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ ਬੇਟਾ। ਟਿਲ ਦੈਨ ਗੁੱਡ ਬਾਏ।